ਵਾਹਿਗੁਰੂ जी का खालसा वाहिगुरू जी की फतेह। आपसी साझ टीवी देख रहे ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਇਸ ਵੇਲੇ ਅਸੀਂ ਖੜੇ ਹਾਂ ਸਦਰ ਬਾਜ਼ਾਰ ਸਤਵਾਰੀ ਵਿਖੇ ਜੰਮੂ ਕੈਂਟ। ਇਹ ਉਹ ਬਾਜ਼ਾਰ ਹੈ, ਤੁਸੀਂ ਦੇਖ ਰਹੇ ਹੋ ਕਿ ਸਾਰੀਆਂ ਦੁਕਾਨਾਂ ਜਿਹੜੀਆਂ ਹਨ ਇਹ ਬੰਦ ਹਨ। ਜਿਵੇਂ ਕਿ ਚੈਂਬਰ ਆਫ ਕਾਮਰਸ ਨੇ ਜਿਹੜੀ ਹੈ ਉਹ ਕਾਲ ਰੱਖੀ ਸੀ ਜੰਮੂ ਬੰਦ ਦੀ, ਜਿਹਦੇ ਚੱਲਦੇ ਕਿ ਅੱਜ ਪਹਿਲੀ ਵਾਰ ਇਹ ਕਿਹਾ ਜਾਂਦਾ ਹੈ ਕਿ ਜੰਮੂ ਦੀ ਹਿਸਟਰੀ ਦੇ ਵਿੱਚ ਪਹਿਲੀ ਵਾਰ ਸਦਰ ਬਾਜ਼ਾਰ ਜਿਹੜਾ ਹੈ ਇਹ ਸਤਵਾਰੀ ਏਰੀਏ ਦਾ ਹੈ, ਕੈਂਟ ਜੰਮੂ ਕੈਂਟ ਦਾ। ਪਹਿਲੀ ਵਾਰ ਇਸ ਬਾਜ਼ਾਰ ਨੂੰ ਵੀ ਪੂਰਨ ਤੌਰ ਤੇ ਬੰਦ ਕੀਤਾ ਜਾ ਰਿਹਾ। ਇਸ ਦਾ ਮਤਲਬ ਇਹ ਹੈ ਕਿ ਸਰਕਾਰਾਂ ਤੋਂ ਲਗਭਗ ਹਰ ਕੋਈ ਬੰਦਾ ਔਖਾ ਹੋਇਆ ਪਿਆ ਹੈ। ਔਖਾ ਕਿਉਂ ਹੈ? ਜਿਸ ਤਰੀਕੇ ਦੇ ਨਾਲ ਕਿਹਾ ਜਾਂਦਾ ਹੈ ਕਿ ਜੰਮੂ ਤੋਂ ਲੈ ਕੇ ਤੇ ਲਖਨਪੁਰ ਤੱਕ ਜਿਹੜਾ ਹੈ ਸੜਕ ਜਿਹੜੀ ਹੈ ਉਹ ਸੜਕ ਬਿਲਕੁਲ ਮਤਲਬ ਟੁੱਟੀ ਫੁੱਟੀ ਪਈ ਹੈ, ਜਿਹਦੇ ਚੱਲਦੇ ਫਿਰ ਵੀ ਜਿਹੜਾ ਹੈ ਸਰਕਾਰ ਵੱਲੋਂ ਟੋਲ ਲਿਆ ਜਾ ਰਿਹਾ ਹੈ। ਔਰ ਅੱਜ ਜੋ ਹੈ ਤੁਸੀਂ ਦੇਖ ਰਹੇ ਹੋ ਕਿ LG ਮਨੋਜ ਸਿਨਹਾ ਦੇ ਖਿਲਾਫ ਵੀ ਨਾਰੇ ਲੱਗ ਰਹੇ ਨੇ ਕਿ LG ਗੋ ਬੈਕ ਦੇ ਨਾਰੇ ਲੱਗ ਰਹੇ ਨੇ। ਇੱਥੇ ਜਿਹੜੇ ਵੀ ਨੌਜਵਾਨ ਵੀਰ ਸਾਡੇ ਨਾਲ ਖੜੇ ਨੇ, ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕਿਵੇਂ ਦੇਖਦੇ ਨੇ ਇਸ ਜੰਮੂ ਬੰਦ ਨੂੰ ਔਰ ਕੀ ਲੋੜ ਪੈ ਗਈ ਸੀ ਜੰਮੂ ਬੰਦ ਕਰਨ ਦੀ, ਕਿਉਂਕਿ ਇਸ ਵੇਲੇ ਤੱਕ ਸ਼ਾਇਦ ਇਹ ਇੱਕ ਉਬਾਲ ਹੈ ਜੰਮੂ ਦੀ ਜਿਹੜੀ ਜਨਤਾ, ਜੰਮੂ ਕਸ਼ਮੀਰ ਦੀ ਜਨਤਾ ਦਾ, ਜਿਹੜਾ ਅੱਜ ਉੱਬਲ ਕੇ ਸਾਹਮਣੇ ਆਇਆ ਹੈ ਅਤੇ ਉਬਾਲ ਮਾਰ ਕੇ ਇਹ ਲੋਕਾਂ ਨੂੰ ਦੱਸ ਰਿਹਾ ਹੈ। ਇਹ ਸਦਰ ਬਾਜ਼ਾਰ ਸਤਵਾਰੀ ਕੈਂਟ ਤੁਹਾਨੂੰ ਦੱਸ ਦਈਏ ਜੰਮੂ ਦਾ, ਉੱਥੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਇਹ ਜੰਮੂ ਦੀ ਹਿਸਟਰੀ ਦੇ ਵਿੱਚ ਪਹਿਲੀ ਵਾਰ ਇਹ ਬਾਜ਼ਾਰ ਵੀ ਅੱਜ ਚੈਂਬਰ ਆਫ ਕਾਮਰਸ ਦੀ ਬੰਦ, ਜੰਮੂ ਬੰਦ ਦੀ ਕਾਲ ਦੇ ਵਿੱਚ ਇਹ ਬੰਦ ਹੋਇਆ ਹੈ। ਆਓ ਗੱਲਬਾਤ ਕਰਦੇ ਹਾਂ ਅਸੀਂ ਜਿਹੜੇ ਇੱਥੇ ਵੀਰ ਖੜੇ ਨੇ ਇਹਨਾਂ ਦੇ ਨਾਲ। ਵੀਰ ਜੀ ਕੀ ਨਾਮ ਹੈ ਤੁਹਾਡਾ? ਮੇਰਾ ਜਤਿੰਦਰ ਸਿੰਘ, ਮੈਂ ਐਕਸ ਚੇਅਰਮੈਨ ਕੰਟੋਨਮੈਂਟ ਬੋਰਡ, ਤੇ ਇਸ ਮਾਰਕੀਟ ਦੇ ਵਿੱਚ ਵੀ ਮੇਰੀ ਦੁਕਾਨ ਹੈ। ਜਿਹੜਾ ਚੈਂਬਰ ਆਫ ਕਾਮਰਸ ਬਾਰ ਐਸੋਸੀਏਸ਼ਨ ਨੇ ਜਿਹੜਾ ਆਹਵਾਨ ਕੀਤਾ ਸੀ ਨਾ, ਅਸੀਂ ਬੰਦ ਦੇ ਆਹਵਾਨ ਦੇ ਨਾਲ ਹਾਂ, ਕਿਉਂਕਿ ਕਿਧਰੇ ਨਾ ਕਿਧਰੇ ਜੰਮੂ ਦੇ ਲੋਕਾਂ ਦੇ ਨਾਲ ਬੜਾ ਵੱਡਾ ਧੱਕਾ ਕੀਤਾ ਜਾ ਰਿਹਾ ਹੈ ਔਰ ਇਹ ਧੱਕਾ ਹੁਣ ਬਰਦਾਸ਼ਤ ਨਹੀਂ ਹੋ ਸਕਦਾ, ਕਿਉਂਕਿ ਪਾਣੀ ਹੁਣ ਹੱਦ ਤੋਂ ਵੱਧ ਗਿਆ ਹੈ। ਤੇ ਜਿਹੜੇ ਜੰਮੂ ਦੇ ਵਿੱਚੋਂ ਅਸੀਂ 25 ਜੈਚੰਦ ਜਿਹੜੇ ਜਿਤਾ ਕੇ ਭੇਜੇ, 25 ਨਹੀਂ ਮੈਂ ਵੀਰ ਜੀ 27 ਕਵਾਂਗਾ, 2 MP ਵੀ ਜਿਤਾ ਕੇ ਭੇਜੇ, ਕਿਉਂਕਿ ਇਹਨਾਂ ਨੂੰ ਇਸ ਕਰਕੇ ਜਿਤਾ ਕੇ ਭੇਜਿਆ ਸੀ ਕਿ ਕਿਧਰੇ ਨਾ ਕਿਧਰੇ ਜੰਮੂ ਦਾ ਭਲਾ ਕਰਨਗੇ, ਪਰ ਇਹਨਾਂ ਨੇ ਜੰਮੂ ਦਾ ਭਲਾ ਘੱਟ ਤੇ ਆਪਣਾ ਭਲਾ ਜ਼ਿਆਦਾ ਸੋਚ ਲਿਆ। ਤੇ ਅੱਜ ਜੰਮੂ ਦੀ ਜਨਤਾ ਜਿਹੜੀ ਇਹਨਾਂ ਦੇ ਕੋਲੋਂ ਤਰਾਹੀ ਕਰੇ ਕਰਦੀ ਹੈ, ਤੇ ਹੁਣ ਇਹਨਾਂ ਨੂੰ ਜੰਮੂ ਤੋਂ ਲਖਨਪੁਰ ਦੇ ਪਾਰ ਹੀ ਛੱਡਾਂਗੇ ਅਸੀਂ, ਉਸ ਤੋਂ ਪਹਿਲੇ ਅਸੀਂ ਰਾਰ ਨਹੀਂ ਆਣ ਦਿਆਂਗੇ। ਜਤਿੰਦਰ ਜੀ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਅਸੀਂ ਇੱਥੋਂ ਜਿਤਾ ਕੇ ਭੇਜੇ ਆ, ਉਹਨਾਂ ਨੇ ਜਿਹੜਾ ਹੈ ਉਹਨਾਂ ਨੂੰ ਲਖਨਪੁਰ ਤੋਂ ਪਾਰ ਕਰਾਂਗੇ, ਕਿਧਰੇ ਨਾ ਕਿਧਰੇ ਤੁਸੀਂ ਵੀ ਜਾਂ ਤੁਹਾਡੇ ਅੱਗੇ ਪਿੱਛੇ ਵੀ ਲੋਕੀ ਸ਼ਾਮਲ ਤਾਂ ਨਹੀਂ ਸੀ ਇਹਨਾਂ 27 ਜਾਂ 26 ਨੂੰ 25 ਨੂੰ ਲਿਆਉਣ ਦੇ ਵਿੱਚ? ਦੇਖੋ, ਹਰ ਇੱਕ ਬੰਦਾ ਇਸ ਦੇ ਵਿੱਚ ਜ਼ਿੰਮੇਵਾਰ ਹੈ, ਕਿਉਂਕਿ ਅਸੀਂ ਜਿਸਲੇ ਬੰਬੋਲੇ ਦੀ 2008 ਦੇ ਵਿੱਚ ਅਮਰਨਾਥ ਵਾਸਤੇ ਇੱਕ ਸਟ੍ਰਾਈਕ ਚੱਲੀ ਸੀ, ਉਸਲੇ BJP ਨੇ ਬੜਾ ਅਹਿਮ ਰੋਲ ਅਦਾ ਕੀਤਾ ਸੀ, ਉਹਨਾਂ ਦੇ ਵਰਕਰਾਂ ਨੇ ਬੜਾ ਅਹਿਮ ਰੋਲ ਅਦਾ ਕੀਤਾ ਸੀ, ਪਰ ਉਹ ਖਾਲੀ ਜਿਹੜਾ ਰੋਲ ਸੀ ਉਹ ਲੁਭਾਵਨਾ ਸੀ। ਅੱਜ ਵੀ ਸਾਨੂੰ ਉੱਥੇ ਦੀ ਲੈਂਡ ਜਿਹੜੀ ਨਹੀਂ ਮਿਲੀ ਗਈ, ਪਰ ਕੀ ਸੀ ਕਿ ਜੰਮੂ ਦੇ ਲੋਕਾਂ ਨੇ ਇਹ ਸੋਚਿਆ ਕਿ ਜਿਹੜਾ ਇਹ ਸਿਸਟਮ ਹੈ ਕਿ ਇਹ ਸਾਡੇ ਨਾਲ ਖੜੇ ਹੁੰਦੇ ਪਏ ਨੇ, ਹਰ ਪ੍ਰੋਟੈਸਟ ਦੇ ਵਿੱਚ ਚੱਲੇ ਕਰਦੇ ਨੇ, ਕਿਧਰੇ ਨਾ ਕਿਧਰੇ ਇਹਨਾਂ ਨੂੰ ਜੰਮੂ ਦਾ ਦਰਦ ਹੈ, ਜੰਮੂ ਦੇ ਡੋਗਰਿਆਂ ਦਾ ਦਰਦ ਹੈ, ਪਰ ਉਹ ਹੋਇਆ ਉਲਟ। ਜੰਮੂ ਦੇ ਡੋਗਰਿਆਂ ਨੇ ਇਹਨਾਂ ਨੂੰ 25 ਸੀਟਾਂ ਦਿੱਤੀਆਂ ਔਰ 2 MP ਦੀ ਦਿੱਤੀਆਂ ਕਿ ਕਿਧਰੇ ਨਾ ਕਿਧਰੇ ਜੰਮੂ ਦਾ ਭਲਾ ਕਰਨਗੇ, ਪਰ ਅਸਲੀਅਤ ਜਿਹੜੀ ਹੈ ਉਹ ਆਹਿਸਤਾ ਬਾਹਰ ਆਉਣਾ ਸਟਾਰਟ ਹੋ ਗਈ। ਦੇਖੋ, ਜਿਹੜੇ ਟੋਲ ਦਾ ਆਪੋਜੀਸ਼ਨ ਉਸ ਟਾਈਮ ਉੱਥੇ ਦਾ ਲੋਕਲ MLA, ਉਸਲੇ MLA ਨਹੀਂ ਸੀ, ਉਹ ਲੀਡਰ ਸੀ ਲੋਕਲ ਸਥਾਨੀय, ਉਸਨੇ ਆਪੋਜੀਸ਼ਨ ਕੀਤੀ ਔਰ ਉਹ ਟੋਲ ਪਟਾਇਆ। ਉਸ ਦੇ ਬਾਅਦ ਜਿਸਲੇ ਉਹ ਜਿੱਤਿਆ, ਲੋਕਾਂ ਨੇ ਜਿਤਾ ਕੇ ਭੇਜਿਆ, ਤੇ ਉਹਨੂੰ ਪਤਾ ਨਹੀਂ ਫਿਰ ਨਿੱਜੀ ਫਾਇਦਾ ਕੀ ਸੀ, ਕਿਧਰੇ ਨਾ ਕਿਧਰੇ ਉਹ ਇੰਡਲਜ ਸੀ, ਤੇ ਉਸਨੇ ਆਂਦੇ ਹੀ ਪਹਿਲੇ ਉਹ ਟੋਲ ਲਗਾਇਆ। ਜਿੱਲੇ ਉੱਥੇ ਦੇ ਲੋਕਾਂ ਨੇ ਪ੍ਰੋਟੈਸਟ ਕੀਤਾ ਕਿ ਨਹੀਂ ਜੀ, ਤੁਹਾਨੂੰ ਅਸੀਂ ਜਿਤਾ ਕੇ ਭੇਜਿਆ ਤੇ ਤੁਸੀਂ ਸਾਡੇ ਉੱਪਰ ਹੀ ਟੋਲ ਕਰ ਰਹੇ ਹੋ, ਉਸਨੇ ਫਿਰ ਲੋਕਾਂ ਨੂੰ ਗੁੰਮਰਾਹ ਕੀਤਾ ਕਿ ਨਹੀਂ ਜੀ, ਤੁਹਾਨੂੰ ਨਹੀਂ ਲੱਗੇਗਾ, ਜਿਹੜੇ ਆਸੇ-ਪਾਸੇ ਦੀ ਜਨਤਾ ਉਹਨਾਂ ਨੂੰ ਲੱਗੇਗਾ, ਤੁਸੀਂ ਕਿਉਂ ਘਬਰਾਉਂਦੇ ਹੋ, ਮੈਂ ਤੁਹਾਡੇ ਵਾਸਤੇ ਬੈਠੇ ਤਾਂ। ਅੱਜ ਲੋਕਾਂ ਨੂੰ ਸਮਝ ਆ ਰਿਹਾ ਕਿ ਅਸੀਂ ਆਪਣੇ ਨਿੱਜੀ ਫਾਇਦੇ ਪਿੱਛੇ ਬਾਕੀ ਲੋਕਾਂ ਦਾ ਨੁਕਸਾਨ ਕਰਾਤਾ। ਇਸੇ ਤਰੀਕੇ ਦੇ ਨਾਲ ਜੰਮੂ ਦੇ ਵਿੱਚ ਬੜੀ ਸਾਰਾ, ਜਿਸ ਤਰ੍ਹਾਂ ਹੁਣ ਅੱਜ ਮੀਟਰਾਂ ਦਾ ਮਸਲਾ ਹੋ ਰਿਹਾ ਹੈ, ਅੱਜ ਜਗ੍ਹਾ ਜਿਹੜੀ ਲੋਕਾਂ ਕੋਲੋਂ ਖੋਈ ਜਾ ਰਹੀ ਹੈ, ਜਿਹੜੇ ਸਦੀਆਂ ਤੋਂ ਰਹਿ ਰਹੇ ਸਨ ਉਹਨਾਂ ਕੋਲੋਂ ਖੋਈ ਜਾ ਰਹੀ ਹੈ। ਈਵਨ ਇੱਥੇ ਤੱਕ ਕਈ ਲੋਕਾਂ ਦੇ ਨਾਮ ਵੀ ਸੀ ਤੇ ਉਹ ਵੀ ਜ਼ਬਰਦਸਤੀ ਖੋਈ ਗਈ ਹੈ।
ਤੇ ਅੱਜ ਲੋਕਾਂ ਨੂੰ ਅਹਿਸਾਸ ਹੋ ਰਿਹਾ ਕਿ ਅੱਜ ਠੱਗੇ ਮਹਿਸੂਸ ਕਰਦੇ ਨੇ ਕਿ ਯਾਰ ਸਾਡੇ ਕੋਲੋਂ ਬੜੀ ਗਲਤੀ ਹੋ ਗਈ। ਤੁਸੀਂ ਦੇਖਿਆ ਹੋਣਾ ਏਮਸ ਦਾ ਮੁੱਦਾ ਵੀ ਸੀ, ਏਮਸ ਦੇ ਵਿੱਚ ਵੀ ਇਹਨਾਂ ਨੇ ਚੁੱਪੀ ਸਾਧੀ, ਔਰ ਏਮਸ ਦੇ ਵਿੱਚ ਵੀ ਇਹ ਅਗਰ ਜੰਮੂ ਦੇ ਡੋਗਰੇ ਨਾ ਜਾਗਦੇ ਤੇ ਏਮਸ ਵੀ ਸਾਨੂੰ ਨਹੀਂ ਲੱਭਣਾ ਸੀ, ਏਮਸ ਵੀ ਜਿਹੜਾ ਉਹ ਕਸ਼ਮੀਰੀਆਂ ਨੂੰ ਖਾਲੀ ਮਿਲਣਾ ਸੀ ਤੇ ਸਾਨੂੰ ਕੁਝ ਵੀ ਨਹੀਂ ਹਾਸਲ। ਪ੍ਰਧਾਨ ਮੰਤਰੀ ਜੀ ਜਿਹੜੇ ਨੇ ਇੱਕ ਵਾਰੀ ਇੱਥੇ ਜੰਮੂ ਦੇ ਵਿੱਚ ਆਏ ਸੀ, ਜਿਵੇਂ ਕਿ ਸਾਰੇ ਮੇਰੇ ਖਿਆਲ 'ਚ ਆਪਣੇ ਇੱਥੇ ਦੇ ਲੋਕਲ ਲੋਕੀ ਨੇ, ਤੇ ਪ੍ਰਧਾਨ ਮੰਤਰੀ ਜਿਹੜੇ ਨੇ ਉਹ ਇੱਥੇ ਆਏ ਸਨ ਜਦੋਂ, ਤੋਂ ਉਹਨਾਂ ਨੇ ਇੱਕ ਬੜੀ ਅੱਛੀ ਡੋਗਰੀ ਦੇ ਵਿੱਚ ਬੜੀ ਸੋਹਣੀ ਗੱਲ ਕਹੀ ਸੀ ਕਿ ਖੰਡ ਮਿੱਠੇ ਲੋਕ ਡੋਗਰੇ। ਕਿਤੇ ਨਾ ਕਿਤੇ ਅੱਜ ਲੱਗਦਾ ਨਹੀਂ ਕਿ ਡੋਗਰਿਆਂ ਦੇ ਮੂੰਹ ਦੇ ਵਿੱਚੋਂ ਖੰਡ ਕੱਢ ਕੇ ਤੇ ਪ੍ਰਵਾਸੀਆਂ ਦੇ ਮੂੰਹ ਦੇ ਵਿੱਚ ਪਾ ਦਿੱਤੀ ਗਈ ਹੈ। ਦੇਖੋ ਵੀਰ ਜੀ, ਇਤਿਹਾਸ ਗਵਾਹ ਹੈ ਕਿ ਜਿਹੜੇ ਖੰਡ ਮਿੱਠੇ ਹੋਣਗੇ ਨਾ, ਉਹ ਸੁਭਾਵਿਕ ਤੌਰ ਤੇ ਉਹ ਮਾਸੂਮ ਔਰ ਦਰਿਆ ਦਿਲੀ ਹੋਣਗੇ, ਉਹਨਾਂ ਦਾ ਦਿਲ ਬੜਾ ਹਿਰਦੇ ਬੜਾ ਵਿਸ਼ਾਲ ਹੋਏਗਾ। ਤੇ ਖੰਡ ਮਿੱਠੇ ਲੋਕ ਡੋਗਰਿਆਂ ਦਾ ਮਤਲਬ ਇਹੋ ਹੈ ਕਿ ਜਿਹੜੇ ਸਾਡੇ ਇੱਥੇ ਦੇ ਲੋਕ ਹਨ ਉਹ ਸ਼ਰੀਫ ਹਨ ਔਰ ਦਿਲ ਬੜਾ ਵੱਡਾ ਹੈ। ਤੇ ਇਹਨਾਂ ਨੇ ਉਹ ਚੀਜ਼ ਸਾਨੂੰ ਕਰਕੇ ਨਾ ਸਾਨੂੰ ਇਹ ਲੁੱਟ ਕੇ ਲੈ ਗਏ। ਉਹ ਭਾਸ਼ਣ ਮੈਂ ਵੀ ਸੁਣਿਆ ਸੀ, ਖੰਡ ਮਿੱਠੇ ਲੋਕ ਡੋਗਰੇ। ਉਹ ਉਸੇ ਭਾਸ਼ਣ ਦੇ ਤਹਿਤ ਇਹਨਾਂ ਨੇ ਕਿਹਾ ਕਿ ਅਸੀਂ ਤੁਹਾਡੇ ਵਾਸਤੇ ਵਿਸਤਾਰ ਕਰਾਂਗੇ, ਡਿਵੈਲਪਮੈਂਟ ਲਿਆਵਾਂਗੇ। ਅੱਜ ਮੈਨੂੰ ਇਹ ਦੱਸ ਦਿਓ 5 ਅਗਸਤ 2019 ਦੇ ਬਾਅਦ ਜਿਸਲੇ ਸਾਡੇ ਕੋਲੋਂ 370 ਖੋਈ ਗਈ, ਇਹਨਾਂ ਲੀਡਰਾਂ ਨੇ ਨਾਲ ਹੋ ਕੇ ਲੱਡੂ ਵੰਡਵਾਏ, ਸਾਰਾ ਕੁਝ ਕੀਤਾ। ਅੱਜ ਦੱਸੋ ਉਸ 370 ਦਾ ਸਾਨੂੰ ਬੈਨੀਫਿਟ ਕਿਉਂ ਹੋ ਰਿਹਾ? ਅੱਜ ਸਾਡੇ ਬੱਚੇ ਜਿਸਲੇ ਨੌਕਰੀਆਂ ਨਿਕਲਦੀਆਂ ਨੇ ਸਾਨੂੰ ਬਾਅਦ ਦੀ ਤਰਜੀਹ ਦਿੱਤੀ ਜਾਂਦੀ ਹੈ, ਬਾਹਰਲਿਆਂ ਨੂੰ ਪਹਿਲੇ ਦਿੱਤੀ ਜਾਂਦੀ ਹੈ। ਫਿਰ ਉਹਨਾਂ ਨੂੰ ਔਰ ਬੜੀ ਸਾਰੀ ਨੌਕਰੀਆਂ ਜਿਹੜੀਆਂ ਉਹ ਪ੍ਰਾਈਵੇਟਾਈਜ਼ ਕਰ ਦਿੱਤੀਆਂ ਗਈਆਂ। ਅੱਜ ਪ੍ਰਾਈਵੇਟ ਸੈਕਟਰ ਦੇ ਵਿੱਚ ਵੀ ਬਾਹਰ ਦੇ ਲੋਕ ਲਿਆ ਕੇ ਬਿਠਾਏ ਗਏ ਨੇ। ਤੁਹਾਨੂੰ ਯਾਦ ਹੋਣਾ, ਤੁਸੀਂ ਜਿਸ ਤਰ੍ਹਾਂ ਕਿ ਤੁਸੀਂ ਕਿਹਾ ਕਿ ਸਦਰ ਬਾਜ਼ਾਰ ਦੇ ਵਿੱਚ ਤੁਹਾਡੀ ਵੀ ਦੁਕਾਨ ਹੈ, ਇੱਥੇ ਸਾਰੇ ਮੇਰੇ ਖਿਆਲ 'ਚ ਦੁਕਾਨਦਾਰ ਹੀ ਨੇ ਤੇ ਲੋਕਲ ਲੋਕੀ ਨੇ, ਕਿਉਂਕਿ ਸਦਰ ਬਾਜ਼ਾਰ ਦੇ ਵਿੱਚ ਵੀ 370 ਟੁੱਟਣ ਤੋਂ ਪਹਿਲਾਂ ਦੇਖਿਆ ਜਾਂਦਾ ਹੈ ਕਿ ਜਿਹੜੀ ਪ੍ਰਵਾਸੀ ਲੋਕਾਂ ਦੀਆਂ ਰੇਹੜੀਆਂ ਜਾਂ ਦੁਕਾਨਾਂ ਸਨ ਉਹ ਲਗਭਗ ਨਾ ਦੇ ਬਰਾਬਰ ਸਨ। ਤੇ ਤੁਹਾਨੂੰ ਲੱਗਦਾ ਨਹੀਂ ਕਿ ਇਸ ਵੇਲੇ ਅਸੀਂ ਜੇ ਬਾਕੀਆਂ ਨੂੰ ਵੀ ਪੁੱਛ ਲਈਏ ਕਿ ਕੋਈ ਦੱਸਣਾ ਚਾਹੇ ਕਿ ਇਸ ਵੇਲੇ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਇੱਥੇ ਜਾਂ ਪ੍ਰਵਾਸੀ ਰੇਹੜੀਆਂ ਵਾਲੇ ਨੇ ਜਾਂ ਹੋਰ ਨੇ, ਉਹਨਾਂ ਦੀ ਤਾਦਾਦ ਘਟੀ ਹੈ ਜਾਂ ਵਧੀ ਹੈ? ਨਹੀਂ, ਪਹਿਲਾਂ ਤੋਂ ਤਾਂ ਵਧੀ ਹੈ। 370 ਟੁੱਟਣ ਦੇ ਬਾਅਦ 370 ਬਾਹਰ ਦੇ ਸਾਰੇ ਆ ਗਏ ਨੇ। ਮੈਕਸਿਮਮ ਤੁਸੀਂ ਦੇਖੋ ਰੇੜੀਆਂ ਫੜੀਆਂ ਲਾਉਣ ਵਾਲੇ ਜਿਹੜੇ ਮੁੰਡੇ ਨੇ, ਛੋਟੇ ਮੁੰਡੇ ਨੇ, ਜਿਹੜੇ ਕਹਿੰਦੇ 18 ਸਾਲ ਤੋਂ ਛੋਟਾ ਬੱਚਾ ਕੰਮ ਨਹੀਂ ਕਰ ਸਕਦਾ, ਜਿਹੜਾ 18 ਸਾਲ ਤੋਂ ਛੋਟਾ ਹੈ। ਤਾਂ ਫਿਰ ਉਹ ਰੇੜੀਆਂ ਜਿਹਨਾਂ ਨੇ ਲਾਈਆਂ ਉਹ 10 12 ਸਾਲ ਦੇ ਬੱਚੇ ਨੇ। ਔਰ ਸਭ ਉਹਨਾਂ ਨੂੰ ਪੁੱਛੋ ਕਿੱਥੋਂ ਆਏ ਹੋ, ਕੌਣ ਹੈ ਤੁਹਾਡਾ ਮਤਲਬ ਮਾਈ ਬਾਪ? ਉਹ ਕਹਿੰਦੇ ਸਾਡਾ ਠੇਕੇਦਾਰ ਹੈਗਾ ਜਿਹਨੇ ਸਾਨੂੰ ਅੱਗੇ ਕੀਤਾ ਹੈ। ਤਾਂ ਸਾਡਾ ਕੰਮ ਹੈ ਮਤਲਬ ਕਿ ਕੋਈ ਠੇਕੇਦਾਰ ਹੈ ਜਿਹੜਾ ਕਿ ਬੜੀ ਵੱਡੀ ਗੱਲ ਕਹੀ ਹੈ ਇਹਨਾਂ ਨੇ ਇੱਥੇ ਸਦਰ ਬਾਜ਼ਾਰ ਦੇ ਇਲਾਕੇ ਦੇ ਵਿੱਚ। ਜਿਸ ਤਰੀਕੇ ਦੇ ਨਾਲ ਰੇੜੀਆਂ ਦੇਖੀਆਂ ਜਾਂਦੀਆਂ ਨੇ, ਰੇੜੀਆਂ ਚਲਾਉਣ ਵਾਲੇ ਜ਼ਿਆਦਾਤਰ ਜਿਹੜੇ ਮੁੰਡੇ ਨੇ ਜਾਂ ਨੌਜਵਾਨ ਨੇ ਉਹ 18 ਸਾਲ ਤੋਂ ਘੱਟ ਨੇ, ਜਿਹਦੇ ਕਾਰਨ ਸ਼ਾਇਦ ਕਿ ਬੇਰੋਜ਼ਗਾਰੀ ਇੱਥੇ ਦੇ ਜਿਹੜੇ ਨੌਜਵਾਨਾਂ ਦੇ ਵਿੱਚ ਵੀ ਵੱਧਦੀ ਜਾ ਰਹੀ ਹੈ। ਔਰ ਇਹ ਇੱਕ ਕ੍ਰਾਈਮ ਹੈ 18 ਸਾਲ ਤੋਂ ਘੱਟ ਬੱਚਿਆਂ ਨੂੰ ਜਿਹੜਾ ਹੈ। ਸ਼ਾਇਦ ਚੋਰੀਆਂ ਵੀ ਵਧੀਆਂ ਹੋ ਸਕਦਾ, ਦਿਨੇ ਰੇੜੀਆਂ ਲਾਉਂਦੇ ਰਾਤ ਨੂੰ ਚੋਰੀਆਂ ਹੁੰਦੀਆਂ ਹੋਣ, ਕਿਉਂਕਿ ਪੁਲਿਸ ਕੋਲ ਜਾਂ ਮੇਰੇ ਕੋਲ ਐਡਮਿਨਿਸਟ੍ਰੇਸ਼ਨ ਕੋਲ ਡਾਟਾ ਤਾਂ ਹੈ ਨਹੀਂ ਹੈ ਜਿਹੜੇ ਬੰਦੇ ਰੇੜੀਆਂ ਲਾਉਂਦੇ ਉਹਨਾਂ ਦੀ ਕੋਈ ਆਧਾਰ ਕਾਰਡ ਜਾਂ ਕੋਈ ਪਹਿਚਾਣ। ਪੁਲਿਸ ਡਿਪਾਰਟਮੈਂਟ ਦੇ ਕੋਲ ਵੀ ਡਾਟਾ ਹੋਣਾ, ਜਿਸ ਤਰ੍ਹਾਂ ਕਿ ਇਹਨਾਂ ਨੇ ਵੀਰ ਜੀ ਨੇ ਕਿਹਾ ਕਿ ਪੁਲਿਸ ਡਿਪਾਰਟਮੈਂਟ ਦੇ ਕੋਲ ਵੀ ਡਾਟਾ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇੱਥੇ ਜੋ ਰੇੜੀਆਂ ਲੱਗਦੀਆਂ ਨੇ ਪ੍ਰਵਾਸੀ ਮਜ਼ਦੂਰਾਂ ਦੀਆਂ, ਅਸੀਂ ਇਹ ਨਹੀਂ ਕਹਿੰਦੇ ਕਿ ਉਹ ਇੱਥੇ ਕੰਮ ਨਾ ਕਰਨ, ਕਮ ਸੇ ਕਮ ਲੀਗਲੀ ਕੰਮ ਕਰਨ ਤੇ ਬਹੁਤ ਵਧੀਆ ਹੈ। ਜਿਹਨੂੰ ਦੇਖਦੇ ਹੋਏ ਅੱਜ ਜਿਹੜਾ ਹੈ 370 ਅਤੇ 35 ਇਹ ਟੁੱਟਣ ਤੋਂ ਬਾਅਦ ਸਿਰਫ ਤੁਸੀਂ ਟੋਲ ਪਲਾਜ਼ਾ ਦੀ ਕਰਕੇ ਖੜੇ ਹੋ ਜਾਂ ਡਿਜੀਟਲ ਮੀਟਰ ਤੇ ਸਮਾਰਟ ਮੀਟਰ ਦੀ ਵੀ ਗੱਲ ਚੱਲ ਰਹੀ ਸੀ, ਤੇ ਸਮਾਰਟ ਮੀਟਰ ਦੇ ਬਾਰੇ ਤੁਹਾਡਾ ਕੀ ਖਿਆਲ ਹੈ? ਦੇਖੋ ਵੀਰ ਜੀ, ਇਹ ਗਵਰਨਮੈਂਟ ਜਾਂ ਤੇ ਸਾਨੂੰ ਸਮਝਾ ਦੇ ਕਿ ਡਿਜੀਟਲ ਮੀਟਰ ਔਰ ਸਮਾਰਟ ਮੀਟਰ ਦੀ ਫਰਕ ਕੀ ਹੈ। ਅਗਰ ਇਹਨਾਂ ਦੇ ਵਿੱਚ ਫਰਕ ਹੈ ਤੇ ਪਹਿਲੇ ਡਿਜੀਟਲ ਮੀਟਰ ਕਿਉਂ ਲਾਇਆ ਗਿਆ? ਜਾਂ ਕਿਧਰੇ ਨਾ ਕਿਧਰੇ ਇਹਨਾਂ ਦੀ ਪਹਿਲੇ ਇਹ ਮਨਸ਼ਾ ਸੀ ਕਿ ਪਹਿਲੇ ਡਿਜੀਟਲ ਮੀਟਰ ਲਗਾਇਆ ਜਾਏ, ਜਿਹੜੇ 15,000 ਕਰੋੜ ਤੋਂ ਵੀ ਉੱਤੇ ਦੀ ਲਾਗਤ ਤੋਂ ਸੀ, ਪਹਿਲੇ ਉਹਦੇ ਵਿੱਚੋਂ ਕਮਿਸ਼ਨ ਖਾਧੀ ਜਾਏ। ਫਿਰ ਉਸ ਤੋਂ ਬਾਅਦ ਹੁਣ ਸਮਾਰਟ ਮੀਟਰ ਹੈ, ਜਿਹੜਾ ਸਮਾਰਟ ਮੀਟਰ ਹੈ ਇਟ ਮੀਨਸ ਕਿ ਉਹ ਡਬਲ ਕਾਸਟ ਵਿੱਚ ਹੈ। ਮੇਰੇ ਖਿਆਲ ਦੇ ਵਿੱਚ ਕਮਿਸ਼ਨ ਖਾਣਾ ਤਾਂ ਦੂਰ ਦੀ ਗੱਲ ਰਹੀ, ਜਿਹੜੇ ਡਿਜੀਟਲ ਮੀਟਰ ਲੱਗੇ ਸੀ ਉਹਦਾ ਜਿਹੜੇ ਚਾਰजेस ਹਨ ਉਹ ਤੁਹਾਡੇ ਕਿਰਾਏ ਦੇ ਵਿੱਚੋਂ ਹੀ ਲਏ ਗਏ ਸੀ। ਤੋ ਮੈਂ ਤੁਹਾਨੂੰ ਦੱਸ ਦਿਆਂ, ਦਰਸ਼ਕਾਂ ਦੇ ਵੀ ਗਿਆਤ ਲਈ ਦੱਸ ਦਿਆਂ ਕਿ ਜਿਹੜੇ ਸਮਾਰਟ ਮੀਟਰਸ ਹੁਣ ਆਏ ਨੇ ਇਹਨਾਂ ਦੇ ਵਿੱਚ ਇੱਕ ਪ੍ਰੋਵੀਜ਼ਨ ਹੈ ਕਿ ਇਹਨਾਂ ਨੂੰ ਬਾਅਦ ਦੇ ਵਿੱਚ ਪ੍ਰੀਪੇਡ ਮੀਟਰਸ ਦੇ ਵਿੱਚ ਵੀ ਕਨਵਰਟ ਕੀਤਾ ਜਾ ਸਕਦਾ ਹੈ, ਯਾਨੀ ਕਿ ਤੁਹਾਡੇ ਪੈਸੇ ਖਤਮ ਤੇ ਤੁਹਾਡੀ ਬਿਜਲੀ ਬੰਦ। ਦੇਖੋ ਵੀਰ ਜੀ, ਗੱਲ ਇਹ ਹੈ ਕਿ ਜਿਹੜੀ ਇਹ ਗਵਰਨਮੈਂਟ ਜਿਹੜੀ ਪਾਲਿਸੀ ਲਿਆ ਰਹੀ ਹੈ, ਪਹਿਲੀ ਗੱਲ ਤੇ ਪਾਲਿਸੀ ਗਲਤ ਹੈ, ਕਿਉਂਕਿ ਅਗਰ ਤੁਸੀਂ ਦੇਖਿਆ ਜਾਏ ਗਵਰਨਮੈਂਟ ਤਾਂ ਕਹਿ ਰਹੀ ਹੈ ਕਿ ਸਮਾਰਟ ਮੀਟਰ ਤੇ ਜਨਤਾ ਲਈ ਬੜੇ ਫਾਇਦੇਮੰਦ ਹਨ। ਦੇਖੋ ਵੀਰ ਜੀ, ਮੈਂ ਇਸ ਦੇ ਪਿੱਛੇ ਦਾ ਇੱਕ ਲੌਜਿਕ ਤੁਹਾਨੂੰ ਦੱਸਦਾ ਕਿ ਸਾਡੇ ਲੋਕ ਜਿਹੜੇ ਨਾ ਪੂਰੀ ਪਾਲਿਸੀ ਪੜ੍ਹਦੇ ਨਹੀਂ ਹਨ, ਠੀਕ ਹੈ। ਤੇ ਹੋ ਸਕੇ ਤੇ ਮੇਰੇ ਕੋਲ ਪ੍ਰਿੰਟ ਵੀ ਪਿਆ ਹੈ, ਮੈਂ ਪ੍ਰਿੰਟ ਵੀ ਤੁਹਾਨੂੰ ਦੱਸ ਸਕਦਾ ਕਿ ਜਿਹੜਾ ਪਾਵਰ ਪ੍ਰੋਜੈਕਟ ਦੀ ਜਿਹੜੀ ਪਾਲਿਸੀ ਹੁੰਦੀ ਹੈ, ਉਹ ਪਾਲਿਸੀ ਕੀ ਕਹਿੰਦੀ ਹੈ ਕਿ ਜਿੰਨੇ ਵੀ ਪਾਵਰ ਪ੍ਰੋਜੈਕਟ ਹਨ ਉਹਦੀ ਐਵਰੇਜ 12% ਜਿਹੜੀ ਹੈ ਉਹ ਉੱਥੇ ਦੀ ਲੋਕਲ ਸਟੇਟ ਨੂੰ ਦਿੱਤੀ ਜਾਏਗੀ। ਬਿਲਕੁਲ ਠੀਕ ਹੈ।
ਇੱਕ ਪਾਵਰ ਪ੍ਰੋਜੈਕਟ ਦੀ 12% ਹੋ ਗਈ ਤੇ ਸਾਡੇ ਇੱਥੇ 7% ਹਨ 7 ਪਾਵਰ ਪ੍ਰੋਜੈਕਟ ਹਨ 7 ਪਾਵਰ ਪ੍ਰੋਜੈਕਟ ਦੀ ਹੋ ਗਈ 84%। ਠੀਕ ਹੈ, ਲਗਭਗ ਦੂਸਰੇ ਨੰਬਰ ਤੇ ਹੈ ਜੰਮੂ ਕਸ਼ਮੀਰ ਜਿਹੜਾ ਪਾਵਰ ਦੇ ਵਿੱਚ ਜਿਹੜੀ ਪਾਵਰ ਦੀ ਉਤਪਾਦਨਾ ਕਰਦਾ ਹੈ, ਦੂਸਰੇ ਨੰਬਰ ਤੇ ਹੈ। ਐਸੀਆਂ ਸਟੇਟਾਂ ਵੀ ਹਨ ਜਿਨ੍ਹਾਂ ਦੇ ਵਿੱਚ ਬਿਲਕੁਲ ਪਾਵਰ ਜਿਹੜੀ ਹੈ ਉਹ ਬਣਾਈ ਹੀ ਨਹੀਂ ਜਾਂਦੀ, ਮਗਰ ਉੱਥੇ ਕਈ ਗੁਣਾ ਜਿਹੜੀ ਹੈ ਉਹ ਛੂਟ ਦਿੱਤੀ ਗਈ ਹੈ। ਮੈਂ ਉਸੇ ਗੱਲ ਤੇ ਆ ਰਿਹਾ ਸੀ ਕਿ ਰਾਇਲਟੀ ਜਿਹੜੀ ਸਾਡੀ 84% ਰਾਇਲਟੀ ਬਣਦੀ ਹੈ। ਓਵਰਆਲ ਤੁਸੀਂ ਸੋਰਸਿਸ ਦੇਖ ਲਓ, ਜਿਹੜੀ ਖਪਤ ਹੁੰਦੀ ਹੈ 24 ਘੰਟੇ ਦੇ ਵਿੱਚ ਉਹ 40 ਤੋਂ 45% ਖਪਤ ਹੁੰਦੀ ਹੈ। ਉਸ ਦੇ ਬਾਵਜੂਦ ਵੀ 35 ਤੋਂ 40% ਜਿਹੜੀ ਖਪਤ ਹੈ ਉਹ ਜਿਹੜੀ ਆਪਣਾ ਬਿਜਲੀ ਹੈ ਉਹ ਬਚਦੀ ਹੈ। ਤੇ ਅਗਰ ਉਹ 35 ਤੋਂ 40% ਜਿਹੜੀ ਬਿਜਲੀ ਬਚਦੀ ਹੈ ਉਹ ਜੰਮੂ ਸਟੇਟ ਦੇ ਅਗਰ ਲੋਕਾਂ ਨੂੰ ਦਿੱਤੀ ਜਾਵੇ, ਰਾਇਲਟੀ ਦਿੱਤੀ ਜਾਵੇ, ਜਿਸ ਤਰ੍ਹਾਂ ਦਿੱਲੀ ਦੇ ਵਿੱਚ ਅੱਜ ਫ੍ਰੀ ਹੈ 200 ਯੂਨਿਟ, ਪੰਜਾਬ ਦੇ ਵਿੱਚ ਕਰ ਦਿੱਤੀ ਗਈ ਹੈ, ਤੇ ਅਗਰ ਉਹ ਜੰਮੂ ਕਸ਼ਮੀਰ ਦੇ ਵਿੱਚ ਵੀ ਕੀਤੀ ਜਾਵੇ ਤਾਂ ਮੈਨੂੰ ਲੱਗਦਾ ਨਹੀਂ ਕਿ ਜੰਮੂ ਕਸ਼ਮੀਰ ਵਾਲਿਆਂ ਦੇ ਬਿੱਲ ਆਏਗਾ, ਕਿਉਂਕਿ ਜਿਹੜੀ ਸਾਡੀ 35-40% ਰਾਇਲਟੀ ਹੈ ਉਹ 24 ਘੰਟੇ ਕੰਜ਼ਿਊਮ ਕਰਕੇ ਵੀ ਨਹੀਂ ਖਤਮ ਹੁੰਦੀ, ਉਸ ਦੇ ਬਾਵਜੂਦ ਵੀ ਬਚਦੀ ਹੈ। ਕਿਧਰੇ ਨਾ ਕਿਧਰੇ ਜੰਮੂ ਨੂੰ ਲੁੱਟਣ ਦੀ ਕੋਸ਼ਿਸ਼ ਸੀ, ਕਿਉਂਕਿ 370 ਇਹਨਾਂ ਨੇ ਤਾਂ ਹੀ ਤੋੜਿਆ ਕਿ ਜੰਮੂ ਦੇ ਵਿੱਚ, ਜੰਮੂ ਕਸ਼ਮੀਰ ਦੇ ਵਿੱਚ ਜਿਹੜੇ ਨੈਚੁਰਲ ਰਿਸੋਰਸਿਸ ਹਨ ਉਹ ਇੰਨੇ ਜ਼ਿਆਦਾ ਹਨ, ਉਹਦੀ ਲੁੱਟ ਖਸੁੱਟ ਕਿਸ ਤਰ੍ਹਾਂ ਕੀਤੀ ਜਾਵੇ, ਇਸੇ ਕਰਕੇ 370 ਇਹਨਾਂ ਨੇ ਤੋੜਿਆ। ਅੱਜ ਉਹ ਜਿੰਨੇ ਨੈਚੁਰਲ ਰਿਸੋਰਸਿਸ ਹਨ ਉਹ ਜੰਮੂ ਦੇ ਲੁੱਟ ਖਸੁੱਟ ਕੀਤੀ ਜਾ ਰਹੀ ਹੈ। ਅੱਜ ਤੁਸੀਂ ਦੇਖ ਲਓ ਮਾਈਨਿੰਗ ਇਲੀਗਲ ਕੀਤੀ ਜਾ ਰਹੀ ਹੈ, ਬਾਹਰੋਂ ਬੰਦੇ ਲਿਆ ਕੇ ਬਿਠਾਏ ਜਾ ਰਹੇ। ਬਹੁਤ ਸਾਰੀਆਂ ਐਸੀਆਂ ਗੱਲਾਂ ਹਨ, ਪਰ ਫਿਲਹਾਲ ਅਸੀਂ ਟੋਲ ਪਲਾਜ਼ਾ ਦੀ ਗੱਲ ਕਰੀਏ ਤੇ ਟੋਲ ਪਲਾਜ਼ਾ ਜਿਹੜਾ ਹੈ ਉਹ ਇਲੀਗਲ ਲੱਗਿਆ ਹੈ। ਵੀਰ ਜੀ ਕੀ ਨਾਮ ਹੈ ਤੁਹਾਡਾ? ਮੇਰਾ ਰਸ਼ਪਾਲ ਸਿੰਘ। ਤੁਸੀਂ ਕੀ ਕਹਿਣਾ ਚਾਹੋਗੇ ਇਸ ਵੇਲੇ ਟੋਲ ਪਲਾਜ਼ਾ ਜਿਹੜਾ ਜ਼ਿਆਦਾ ਗਲਤ ਹੈ? ਜਦ ਤੱਕ ਰੋਡਾਂ ਨਹੀਂ ਬੰਦੀਆਂ, ਜਦੋਂ ਰੋਡਾਂ ਕਲੀਅਰ ਨਹੀਂ ਹੋ ਸਕੀਆਂ, 2 ਮਹੀਨੇ ਹੋ ਗਿਆ ਪੁੱਲ ਨੂੰ ਬੈਠੇ ਹੋਏ, ਪੁੱਲ ਇਹਨਾਂ ਕੋਲ ਹੋਇਆ ਨਹੀਂ ਰੁਪਏ, ਟੋਲ ਪਲਾਜ਼ਾ ਲਾਉਣ ਦਾ ਤਾਂ ਕੋਈ ਮਤਲਬ ਬੰਦਾ ਹੀ ਹਟਣਾ ਚਾਹੀਦਾ ਸੀ। ਮਤਲਬ ਇਹ 1-2 ਦਿਨ ਪਹਿਲਾਂ ਇੱਕ ਨਿਊਜ਼ ਵੀ ਚੱਲ ਰਹੀ ਸੀ ਨੈਸ਼ਨਲ ਚੈਨਲ ਦੇ ਉੱਤੇ, ਸਾਰਿਆਂ ਨੂੰ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਲਈ ਕਰੀਬ 10 ਟੋਲ ਪਲਾਜ਼ਾ ਜਿਹੜੇ ਹਨ ਉਹ ਸੈਂਕਸ਼ਨ ਹੋ ਚੁੱਕੇ ਹਨ, ਔਰ ਸ਼ਾਇਦ ਛੇਤੀ ਹੀ ਜੋ ਗਵਰਨਮੈਂਟ ਦੀ ਪਾਲਿਸੀ ਹੈ ਉਹ, ਇਹ ਮੈਂ ਨਹੀਂ ਕਹਿ ਰਿਹਾ, ਇਹ ਇੱਕ ਨੈਸ਼ਨਲ ਮੀਡੀਆ ਦੇ ਉੱਤੇ ਇਹ ਕੱਲ ਤੇ ਪਰਸੋਂ 2 ਦਿਨ ਬਹੁਤ ਨਿਊਜ਼ ਚੱਲੀ ਹੈ ਕਿ 10 ਟੋਲ ਪਲਾਜ਼ਾ ਜਿਹੜੇ ਹਨ, ਤੁਸੀਂ ਇੱਕ ਹਟਾਉਣ ਦੀ ਗੱਲ ਕਰਦੇ ਹੋ, 10 ਹੋਰ ਆ ਰਹੇ, ਕੀ ਕਹੋਗੇ? ਗਲਤ ਹੈ, ਉਹ ਆਗੇ ਘਰ ਕਰਕੇ ਅਸੀਂ ਕਹਿਣਾ ਚਾਹੁੰਦੇ ਹਾਂ ਅਗਰ ਇਹ ਗੱਲ ਹੈ ਤੇ ਘਰ ਹੀ ਲਗਾ ਦਿਓ ਟੋਲ। ਪਰ ਜੰਮੂ ਕਸ਼ਮੀਰ ਜਿਹੜੀ ਹੈ ਇਸ ਵੇਲੇ ਯੂਟੀ ਹੈ, ਯੂਟੀ ਦੇ ਵਿੱਚ ਜਿਹੜੀ ਸੈਂਟਰਲ ਗਵਰਨਮੈਂਟ ਦੀ ਪਾਲਿਸੀ ਹੈ, ਯੂਟੀ ਦੇ ਵਿੱਚ ਤਾਂ ਟੋਲ ਪਲਾਜ਼ਾ ਹੁੰਦਾ ਹੀ ਨਹੀਂ ਹੈ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? नहीं होना चाहिए यूटी ਦੇ ਵਿੱਚ ਟੋਲ यूटी ਦੇ ਵਿੱਚ ਜੋ ਪਾਲਿਸੀ ਹੈ, ਪਾਲਿਸੀ ਕਹਿ ਰਹੀ ਹੈ ਅਗਰ ਪਾਲਿਸੀ ਲਾ ਅਗਰ ਕਿ ਨਹੀਂ ਹੋਣਾ ਚਾਹੀਦਾ यूटी ਤੇ ਨਹੀਂ ਹੋਣਾ ਬਿਲਕੁਲ। ਚੰਡੀਗੜ੍ਹ ਦੇ ਵਿੱਚ ਬਿਲਕੁਲ ਟੋਲ ਪਲਾਜ਼ਾ ਨਹੀਂ ਹੈ, ਇੱਥੇ ਵੀ ਨਹੀਂ ਹੋਣਾ ਚਾਹੀਦਾ। ਦਿੱਲੀ ਦੇ ਵਿੱਚ ਕੋਈ ਟੋਲ ਪਲਾਜ਼ਾ ਨਹੀਂ ਹੈ, ਗਲਤ ਹੋ ਰਿਹਾ ਹੈ, ਗਲਤ ਹੋ ਰਿਹਾ ਹੈ। ਤਾਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਲੋਕਾਂ ਦੇ ਵਿੱਚ ਰੋਸ਼ ਹੈ ਕਿ ਟੋਲ ਪਲਾਜ਼ਾ, ਅਗਰ ਤੇ ਤੁਸੀਂ ਟੋਲ ਪਲਾਜ਼ਾ ਲੈ ਵੀ ਰਹੇ ਹੋ ਪਬਲਿਕ ਦੇ ਕੋਲੋਂ, ਤੇ ਕਮ ਸੇ ਕਮ ਸੜਕ ਜਿਹੜੀ ਹੈ ਉਹਦੀ ਹਾਲਤ ਜਿਹੜੀ ਹੈ ਉਹਨੂੰ ਪਹਿਲਾਂ ਠੀਕ ਕਰ ਲਓ, ਫਿਰ ਤੁਸੀਂ ਜੇ ਟੋਲ ਲਓ ਵੀ ਤੇ ਸ਼ਾਇਦ ਸਾਡੀ ਜਿਹੜੀ ਪਬਲਿਕ ਹੈ ਉਹਨੂੰ ਇੰਨਾ ਬੁਰਾ ਨਾ ਲੱਗੇਗਾ। ਤੁਸੀਂ ਹੋਰ ਕੀ ਕਹਿਣਾ ਚਾਹੋਗੇ ਕਿ ਇਸ ਵੇਲੇ ਜਿਹੜੀ ਸਰਕਾਰ ਦੀਆਂ ਨੀਤੀਆਂ ਜੰਮੂ ਕਸ਼ਮੀਰ ਦੇ ਬਾਰੇ 'ਚ, ਅਸੀਂ ਬਾਹਰ ਦੀ ਕੋਈ ਗੱਲ ਨਹੀਂ ਕਰਨੀ, ਜੰਮੂ ਕਸ਼ਮੀਰ ਦੇ ਬਾਰੇ 'ਚ ਕੀ ਕਹਿਣਾ ਚਾਹੋਗੇ? ਜੰਮੂ ਕਸ਼ਮੀਰ ਸਾਡੇ ਪ੍ਰਾਈਮ ਮਿਨਿਸਟਰ ਜਿਹੜੀ ਨੀਤੀਆਂ ਅੱਛੀਆਂ, ਲੇਕਿਨ ਸਾਡਾ ਐਲਜੀ ਅੱਛਾ ਨਹੀਂ ਹੈ। ਇਹ ਨੀਤੀਆਂ ਇਹਨਾਂ ਕੀ ਲਾਗੂ ਕਰਨੀਆਂ ਨਹੀਂ ਆਉਂਦੀਆਂ ਸਹੀ। ਤੇ ਮਤਲਬ ਤੁਸੀਂ ਕੀ ਚਾਹੁੰਦੇ ਹੋ ਕਿ ਐਲਜੀ ਨੂੰ ਕੀ ਕਰਨਾ ਚਾਹੀਦਾ? ਐਲਜੀ ਨੂੰ ਇੱਥੋਂ ਚੱਕ ਲੈਣਾ ਚਾਹੀਦਾ, ਨਿਆ ਐਲਜੀ ਭੇਜੋ। ਨਵਾਂ ਐਲਜੀ ਵੀ ਅਗਰ ਇਸ ਤਰ੍ਹਾਂ ਦਾ ਨਿਕਲਿਆ ਤੇ ਫਿਰ ਇਸੇ ਤਰ੍ਹਾਂ ਪ੍ਰੋਟੈਸਟ ਕਰਾਂਗੇ, ਉਹਨਾਂ ਨੂੰ ਵੀ ਜਗਾਂਗੇ, ਹੋਰ ਕੀ ਕਰਾਂਗੇ। ਵੈਰੀ ਗੁੱਡ। ਬਹੁਤ ਜਿਸ ਤਰ੍ਹਾਂ ਕਿ ਵੀਰ ਜੀ ਨੇ ਕਿਹਾ ਕਿ ਅਗਰ ਇਸ ਐਲਜੀ ਨੂੰ ਚੱਕ ਕੇ ਦੂਸਰਾ ਐਲਜੀ ਵੀ ਇਸ ਤਰ੍ਹਾਂ ਦਾ ਨਹੀਂ ਆਇਆ ਤੇ ਫਿਰ ਇਸ ਤਰ੍ਹਾਂ ਦੇ ਪ੍ਰੋਟੈਸਟ ਜਿਹੜੇ ਨੇ ਉਹ ਕੀਤੇ ਜਾਣਗੇ, ਕਿਉਂਕਿ ਇਹ ਜਨਤਾ ਹੈ, ਜਨਤਾ ਜਨਾਰਦਨ ਹੈ, ਸਰਕਾਰ ਜਿਹੜੀ ਹੈ ਜਨਤਾ ਹੀ ਹੁੰਦੀ ਹੈ। ਇਹ ਜਿਹੜੇ 4 ਬੰਦੇ ਕੁਰਸੀਆਂ ਤੇ ਬੈਠ ਕੇ ਸੋਚਦੇ ਨੇ ਕਿ ਅਸੀਂ ਸਰਕਾਰ ਹਾਂ, ਸਰਕਾਰਾਂ ਇਹ ਨਹੀਂ ਹੁੰਦੀਆਂ। ਸਰਕਾਰ ਸਾਡੇ ਸਾਹਮਣੇ ਖੜੀ ਹੈ ਔਰ ਸਰਕਾਰ ਇਸ ਵੇਲੇ ਦੁਖੀ ਹੈ। ਸਰਕਾਰ ਇਸ ਵੇਲੇ ਸਰਕਾਰ ਦੇ ਵੱਲੋਂ ਬਣਾਈ ਗਈ ਸਰਕਾਰ ਵੱਲੋਂ ਦੁਖੀ ਹੈ, ਔਰ ਅਸੀਂ ਉਮੀਦ ਕਰਦੇ ਹਾਂ ਕਿ ਇਹ ਜਿਹੜੀ ਸਾਡੀ ਨਿਊਜ਼ ਹੈ ਇਹ ਐਲਜੀ ਸਾਹਿਬ ਤੱਕ ਅਤੇ ਹੋਰ ਉੱਪਰ ਜਿਹੜੇ ਉੱਚ ਅਧਿਕਾਰੀ ਬੈਠੇ ਨੇ, ਖਾਸ ਕਰਕੇ ਨਿਤਿਨ ਗਡਕਰੀ ਜੀ, ਉਹਨਾਂ ਤੱਕ ਛੇਤੀ ਤੋਂ ਛੇਤੀ ਜਿਹੜੀ ਪਹੁੰਚਾਈ ਜਾਵੇ, ਤਾਂ ਕਿ ਇਸ ਨਿਊਜ਼ ਦੇ ਚੱਲਦੇ ਇਹਨਾਂ ਜਿਹੜੇ ਸਾਡੇ ਜੰਮੂ ਦੀ ਜਿਹੜੀ ਇਹ ਪਬਲਿਕ ਹੈ ਇੱਥੇ ਖੜੀ ਹੈ ਸਾਡੇ ਨਾਲ, ਤਿਰੰਗੇ ਵੀ ਹੱਥ ਦੇ ਵਿੱਚ ਲਏ ਹਨ, ਤੇ ਇੱਥੋਂ ਇਹ ਜ਼ਾਹਿਰ ਹੁੰਦਾ ਹੈ ਕਿ ਇਹਨਾਂ ਦੇ ਦਿਲ ਦੇ ਵਿੱਚ ਰੋਸ਼ ਹੈ। ਇਹਨਾਂ ਦੇ ਰੋਸ਼ ਨੂੰ ਖਤਮ ਕਰਨ ਲਈ ਸਿਰਫ ਇੱਕੋ ਤਰੀਕਾ ਹੈ, ਇਹਨਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਏ। ਦੇਖਦੇ ਰਹੋ ਆਪਸੀ ਸਾਂਝ ਟੀਵੀ, ਤੇ ਇਸੇ ਤਰ੍ਹਾਂ ਦੀਆਂ ਨਿਊਜ਼ ਤੁਹਾਨੂੰ ਇਸੇ ਤਰ੍ਹਾਂ ਦੀ ਅਪਡੇਟ ਜਿਹੜੀ ਹੈ ਹੋਰ ਵੀ ਅੱਗੇ ਦਿੰਦੇ ਰਹਾਂਗੇ। ਕੈਮਰਾਮੈਨ ਸਤਵੰਤ ਸਿੰਘ ਦੇ ਨਾਲ ਤੇਜਿੰਦਰਪਾਲ ਸਿੰਘ ਜੰਮੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। भारत माता की जय, भारत माता की जय। नो रोड, नो रोड, नो रोड, नो रोड, नो रोड, नो रोड।
स्मार्ट मीटर नो रोड नो रोड युवा राजपूत सभा युवा राजपूत सभा युवा राजपूत सभा